ਤੁਸੀਂ ਸੁਣ ਰਹੇ ਹੋ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਹੋਰਾਂ ਵੱਲੋਂ ਲਿਖੀ ਹੋਈ ਕਿਤਾਬ ਅਕਾਲੀ ਲਹਿਰ ਤੇ ਜੈਤੋ ਦਾ ਮੋਰਚਾ। ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਅਤੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਕਿਸ ਤਰ੍ਹਾਂ ਲਿਆ ਗਿਆ ਸੀ। ਹੁਣ ਇਸ ਕਿਤਾਬ ਵਿੱਚ ਅੱਗੇ ਜੋ ਹੋਰ ਅਹਿਮ ਘਟਨਾਵਾਂ ਹਨ ਉਹਨਾਂ ਦਾ ਵਰਣਨ ਤੁਹਾਡੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੀ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਕਬਜ਼ੇ ਤੋਂ ਬਾਅਦ ਖਾਲਸੇ ਦੀ ਨਿਗਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਆਜ਼ਾਦ ਕਰਵਾਏ ਜਾਣ ਵੱਲ ਹੋਈ। ਇਹ ਗੁਰਦੁਆਰਾ ਸਿੱਖ ਰਾਜ ਦੇ ਸਮੇਂ ਤੋਂ ਉਦਾਸੀ ਸਾਧਾਂ ਦੇ ਕਬਜ਼ੇ ਵਿੱਚ ਸੀ, ਜੋ ਕੁਝ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰ ਦਾ ਰਾਹ ਛੱਡ ਕੇ ਕਈ ਪ੍ਰਕਾਰ ਦੀਆਂ ਬਦਚਲਨੀਆਂ, ਸ਼ਰਾਬ, ਕਬਾਬ, ਰੰਡੀਬਾਜ਼ੀ ਆਦਿ ਵੱਲ ਝੁਕ ਗਏ ਸੀ ਤੇ ਇਸ ਤਰ੍ਹਾਂ ਉੱਥੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਸੀ। ਨਨਕਾਣਾ ਸਾਹਿਬ ਦੇ ਮਹੰਤ ਸਾਧੂ ਰਾਮ, ਕਿਸ਼ਨ ਦਾਸ ਤੇ ਨਰਾਇਣ ਦਾਸ ਕਰਮ ਅਨੁਸਾਰ ਲਗਾਤਾਰ 3 ਪੁਸ਼ਤਾਂ ਤੋਂ ਇਹੋ ਬਦਚਲਣੀ ਦਾ ਰਾਹ ਅਪਣਾਈ ਚੱਲੇ ਆ ਰਹੇ ਸੀ ਤੇ ਮਹੰਤ ਨਰਾਇਣ ਦਾਸ ਨੇ ਤਾਂ ਆਪਣੇ ਘਰ ਵਿੱਚ ਇੱਕ ਮਰਾਸਣ ਰੱਖ ਲਈ ਸੀ, ਜਿਸ ਦੇ ਪੇਟੋਂ ਉਸ ਦੇ ਘਰ 2 ਲੜਕੀਆਂ ਸਨ। ਇਸ ਦੇ ਨਾਲ ਹੀ ਉਹ ਕਈ ਵਾਰ ਆਪਣੀ ਮਨ ਦੀ ਮੌਜ ਪੂਰੀ ਕਰਨ ਲਈ ਗੁਰਦੁਆਰਾ ਜਨਮ ਸਥਾਨ ਦੇ ਲਾਗੇ ਕੰਜਰੀਆਂ ਦਾ ਨਾਚ ਮੁਜਰਾ ਵੀ ਕਰਵਾ ਲੈਂਦਾ ਸੀ। ਕਈ ਵਾਰ ਮਛਰੇ ਹੋਏ ਸਾਧਾਂ ਤੇ ਪੁਜਾਰੀਆਂ ਵੱਲੋਂ ਜੋ ਉਸ ਦੇ ਅਧੀਨ ਕੰਮ ਕਰਦੇ ਸੀ, ਆਉਂਦੇ ਜਾਂਦੇ ਯਾਤਰੂਆਂ ਦੀਆਂ ਧੀਆਂ ਭੈਣਾਂ ਉੱਤੇ ਵੀ ਹੱਥ ਉਲਾਰਿਆ ਜਾਂਦਾ ਸੀ। ਇਸੇ ਕਾਰਨ ਚੌਖੇ ਸਮੇਂ ਤੋਂ ਰੋਸ ਦੀ ਅਜਿਹੀ ਲਹਿਰ ਵੱਧਦੀ ਜਾ ਰਹੀ ਸੀ ਤੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸੁਧਾਰਨ ਜਾਂ ਪ੍ਰਬੰਧ ਬਦਲਣ 'ਤੇ ਲਗਾਤਾਰ ਜ਼ੋਰ ਦਿੱਤਾ ਜਾਣ ਲੱਗ ਪਿਆ ਸੀ। ਪਿੰਡ ਧਾਰੋਵਾਲੀ, ਜ਼ਿਲ੍ਹਾ ਸ਼ੇਖੂਪੁਰਾ ਦੇ ਅਕਤੂਬਰ ਸੰਨ 1920 ਦੇ ਇੱਕ ਦੀਵਾਨ ਵਿੱਚ ਇਸ ਬਾਰੇ ਇੱਕ ਮਤਾ ਵੀ ਪਾਸ ਕੀਤਾ ਗਿਆ। ਪੰਥ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਬੰਧ ਸੁਧਾਰਨ ਦੀ ਮੰਗ ਦਾ ਮਹੰਤ ਨਰਾਇਣ ਦਾਸ ਉੱਤੇ ਉਲਟਾ ਅਸਰ ਹੋਇਆ। ਇਸ ਨੇ ਸਿੱਖ ਸੰਗਤਾਂ ਵੱਲੋਂ ਕੀਤੀ ਜਾ ਰਹੀ ਮੰਗ ਦਾ ਤਾਕਤ ਨਾਲ ਟਾਕਰਾ ਕਰਨ ਦੀ ਵਿਉਂਤ ਬਣਾ ਲਈ। ਇਸ ਮਨੋਰਥ ਲਈ ਉਸਨੇ ਬੇਦੀ ਕਰਤਾਰ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਸ਼੍ਰੀ ਨਨਕਾਣਾ ਸਾਹਿਬ ਵਿੱਚ ਸਾਧਾਂ ਤੇ ਮਹੰਤਾਂ ਦਾ ਇੱਕ ਵੱਡਾ ਇਕੱਠ ਸੱਦ ਲਿਆ। ਇਸ ਮੀਟਿੰਗ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰਕਾਂ ਦੀ ਸ਼ਕਤੀ ਨਾਲ ਮੁਕਾਬਲਾ ਕਰਨ ਦਾ ਯਤਨ ਕਰਨ ਲਈ ਇੱਕ ਕਮੇਟੀ ਕਾਇਮ ਕੀਤੀ ਗਈ। ਇਸੇ ਸਬੰਧ ਵਿੱਚ 60,000 ਦੇ ਭਾਰੀ ਰਕਮ ਇਕੱਠੀ ਕਰਕੇ ਲਾਹੌਰ ਤੋਂ ਸੰਤ ਸੇਵਕ ਨਾਮ ਦਾ ਅਖਬਾਰ ਵੀ ਜਾਰੀ ਕੀਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਕੱਤਕ ਪੁੰਨਿਆ 1920 ਦੇ ਮੇਲੇ ਤੇ ਮਹੰਤ ਨਰਾਇਣ ਦਾਸ ਨੇ 400-500 ਆਦਮੀਆਂ ਦੀ ਜਥੇਬੰਦੀ ਦਾ ਨੰਗਾ ਮੁਜ਼ਾਹਰਾ ਕਰਕੇ ਗੁਰਦੁਆਰਾ ਪ੍ਰਬੰਧ ਸੁਧਾਰ ਦੇ ਹਾਮੀਆਂ ਨੂੰ ਗੁਰਦੁਆਰਾ ਜਨਮ ਸਥਾਨ ਦੇ ਦਰਸ਼ਨ ਕਰਨ ਤੋਂ ਰੋਕ ਦਿੱਤਾ। ਮਹੰਤ ਨਰਾਇਣ ਦਾਸ ਦੀ ਇਸ ਧੱਕੜਸ਼ਾਹੀ ਵਿਰੁੱਧ ਸਾਰੇ ਪੰਥ ਵਿੱਚ ਰੋਸ ਦੀ ਲਹਿਰ ਦਾ ਫੈਲਣਾ ਇੱਕ ਕੁਦਰਤੀ ਸਿੱਟਾ ਸੀ ਤੇ ਮਹੰਤ ਨਰਾਇਣ ਦਾਸ ਦਾ ਇਹ ਰਵੱਈਆ ਦੇਖ ਕੇ ਸਿੱਖ ਆਗੂਆਂ ਨੂੰ ਬੜਾ ਹੀ ਫਿਕਰ ਪਿਆ, ਜਿਸ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ 23 ਜਨਵਰੀ ਤੇ 6 ਫਰਵਰੀ 1921 ਨੂੰ ਕਈ ਮੀਟਿੰਗਾਂ ਹੋਈਆਂ ਤੇ ਕਮੇਟੀ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਵੱਲੋਂ ਮਹੰਤ ਨਰਾਇਣ ਦਾਸ ਨੂੰ ਆਪਣਾ ਪ੍ਰਬੰਧ ਸੁਧਾਰਨ ਲਈ ਚਿੱਠੀ ਲਿਖਣ ਦੇ ਨਾਲ ਹੀ ਕੁਝ ਤਾਕੀਦੀ ਪ੍ਰੇਰਨਾ ਵੀ ਕੀਤੀ ਗਈ, ਪਰ ਉਹ ਤਸ ਤੋਂ ਮਸ ਨਾ ਹੋਇਆ। ਇਹ ਦੇਖ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਲਛਮਣ ਸਿੰਘ ਧਾਰੋਵਾਲੀ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਮੁੱਦਈ ਥਾਂ-ਥਾਂ ਦੀਵਾਨ ਕਰਕੇ ਸੰਗਤਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਪਾਉਣ ਲਈ ਤਿਆਰ ਕਰ ਰਹੇ ਸੀ। ਇਹਨਾਂ ਹਾਲਾਤਾਂ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਾਇਲਪੁਰ ਵਿੱਚ ਸਿੰਘਾਂ ਦਾ ਇੱਕ ਇਕੱਠ ਫਰਵਰੀ 1921 ਵਿੱਚ ਹੋਇਆ, ਜਿਸ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਜਥੇਦਾਰ ਲਛਮਣ ਸਿੰਘ ਧਾਰੋਵਾਲੀ, ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਬੂਟਾ ਸਿੰਘ ਚੱਕ 204 ਤੇ ਸਰਦਾਰ ਰਾਜਾ ਸਿੰਘ ਜੜਾਂਵਾਲਾ ਤੇ ਸਰਦਾਰ ਤੇਜਾ ਸਿੰਘ ਚੂੜਕਾਣਾ ਆਦਿ ਮੁਖੀ ਆਗੂ ਵੀ ਸ਼ਾਮਲ ਹੋਏ। ਇਸ ਇਕੱਠ ਵਿੱਚ ਇਹ ਫੈਸਲਾ ਹੋਇਆ ਕਿ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਲਈ ਸਿੰਘਾਂ ਦਾ ਇੱਕ ਜਥਾ ਭੇਜਿਆ ਜਾਵੇ, ਜਿਹੜਾ ਕਿ ਸ਼ਾਂਤਮਈ ਰਹਿੰਦਿਆਂ ਗੁਰਦੁਆਰੇ ਨੂੰ ਪੰਥਕ ਕਬਜ਼ੇ ਵਿੱਚ ਕਰ ਲਵੇ। ਉਧਰ ਮਹੰਤ ਨਰਾਇਣ ਦਾਸ ਨੂੰ ਸਿੰਘਾਂ ਦੀ ਇਸ ਕਾਰਵਾਈ ਦਾ ਪਹਿਲਾਂ ਹੀ ਪਤਾ ਸੀ, ਇਸ ਲਈ ਉਸਨੇ ਕਾਫੀ ਗੁੰਡੇ ਵੀ ਇਕੱਠੇ ਕਰ ਲਏ ਸੀ।
ਮਹੰਤ ਦੀ ਹਿਮਾਇਤੀਆਂ ਵਿੱਚ ਬੇਦੀ ਕਰਤਾਰ ਸਿੰਘ ਤੇ ਇੱਕ ਕੂਕਾ ਜਿਸ ਦਾ ਨਾਮ ਮੰਗਲ ਸਿੰਘ ਸੀ ਉਹ ਸ਼ਾਮਲ ਸਨ। ਸਰਦਾਰ ਲਛਮਣ ਸਿੰਘ ਦੀ ਮਨਸ਼ਾ ਸਿੰਘਾਂ ਦਾ ਜਥਾ ਲੈ ਕੇ 19 ਫਰਵਰੀ ਨੂੰ ਨਨਕਾਣਾ ਸਾਹਿਬ ਪੁੱਜਣ ਦੀ ਸੀ, ਸੋ ਇਸ ਲਈ 200 ਸਿੰਘਾਂ ਦਾ ਜਥਾ ਤਿਆਰ ਹੋ ਕੇ ਚੱਲ ਪਿਆ। ਇਸ ਜਥੇ ਨੂੰ ਅਦਵਾਟਿਓ ਰੋਕਣ ਦਾ ਯਤਨ ਵੀ ਕੁਝ ਪੰਥਕ ਮੁਖੀਆਂ ਵੱਲੋਂ ਕੀਤਾ ਗਿਆ, ਪਰ ਲਛਮਣ ਸਿੰਘ ਜੀ ਨੇ ਚਿੱਠੀ ਲਿਆਉਣ ਵਾਲੇ ਸਿੰਘ ਨੂੰ ਇਹ ਉੱਤਰ ਦਿੱਤਾ ਕਿ ਜਥਾ ਅਰਦਾਸਾ ਸੋਧ ਕੇ ਚੱਲਿਆ ਏ ਤੇ ਹੁਣ ਇਸ ਦੇ ਰੁਕਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਸਰਦਾਰ ਲਛਮਣ ਸਿੰਘ ਦਾ ਜਥਾ ਅੰਮ੍ਰਿਤ ਵੇਲੇ ਨਨਕਾਣਾ ਸਾਹਿਬ ਪਹੁੰਚ ਗਿਆ ਤੇ ਗੁਰਦੁਆਰਾ ਜਨਮ ਅਸਥਾਨ ਵਿੱਚ ਦਾਖਲ ਹੋ ਕੇ ਕੀਰਤਨ ਕਰਨ ਲੱਗ ਪਿਆ। ਭਾਈ ਲਛਮਣ ਸਿੰਘ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾ ਬੈਠੇ ਸੀ। ਹੁਣ ਗੱਲ ਕਰਦੇ ਹਾਂ ਮਹੰਤ ਵੱਲੋਂ ਜਥੇ ਦੇ ਕਤਲੇਆਮ ਦੀ। ਮਹੰਤ ਨਾਰਾਇਣ ਦਾਸ ਨੇ ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ ਕਿ ਹਰ ਪਾਸਿਓਂ ਗੁੰਡੇ ਬੁਲਾ ਕੇ ਇਕੱਠੇ ਕਰ ਲਏ ਸੀ ਤੇ ਹਰ ਤਰ੍ਹਾਂ ਦੇ ਹਥਿਆਰ ਵੀ ਸਿੱਖਾਂ ਦੇ ਮੁਕਾਬਲੇ ਲਈ ਮਹੰਤ ਪਾਸ ਮੌਜੂਦ ਸਨ। ਜਥੇ ਨੂੰ ਗੁਰਦੁਆਰਾ ਜਨਮ ਅਸਥਾਨ ਵਿੱਚ ਦਾਖਲ ਹੋ ਕੇ ਕੀਰਤਨ ਕਰਦਿਆਂ ਦੇਖ ਕੇ ਮਹੰਤ ਨਾਰਾਇਣ ਦਾਸ ਨੇ ਗੋਲੀ ਦਾਗਣ ਦਾ ਹੁਕਮ ਦੇ ਦਿੱਤਾ, ਜਿਸ ਕਾਰਨ ਸਾਰੇ ਹੀ ਸਿੰਘ ਜੋ ਗੁਰਦੁਆਰਾ ਜਨਮ ਅਸਥਾਨ ਦੇ ਅੰਦਰ ਮੌਜੂਦ ਸਨ ਉਹ ਮਾਰੇ ਗਏ ਤੇ ਜਾਂ ਫਿਰ ਜ਼ਖਮੀ ਹੋ ਗਏ। ਗੁੰਡਿਆਂ ਨੇ ਕਿਤਨੇ ਹੀ ਸਿੰਘਾਂ ਦਾ ਜੋ ਫੱਟੜ ਸਨ ਜਾਂ ਸੈਕਦੇ ਸਨ ਗੁਰਦੁਆਰੇ ਦੇ ਅੰਦਰੋਂ ਬਾਹਰ ਘਸੀਟ ਕੇ ਛਵੀਆਂ, ਤਲਵਾਰਾਂ ਜਾਂ ਗੰਡਾਸਿਆਂ ਨਾਲ ਕੁਤਰਾ ਕਰ ਦਿੱਤਾ ਤੇ ਮਿੱਟੀ ਦਾ ਤੇਲ ਪਾ ਕੇ ਸਾੜਨਾ ਸ਼ੁਰੂ ਕਰ ਦਿੱਤਾ। ਕਈ ਸਿੰਘ ਜਨਮ ਅਸਥਾਨ ਦੇ ਲਾਗੇ ਜੰਡ ਨਾਲ ਪੁੱਠੇ ਬੰਨ੍ਹ ਕੇ ਪਹਿਲਾਂ ਤਾਂ ਉਹਨਾਂ ਦੇ ਕੇਸਾਂ ਨੂੰ ਅੱਗ ਲਾਈ ਤੇ ਫਿਰ ਬੁਰੀ ਤਰ੍ਹਾਂ ਫੂਕੇ ਗਏ। ਇਸੇ ਤਰ੍ਹਾਂ ਸਰਦਾਰ ਲਛਮਣ ਸਿੰਘ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੀ ਛਵੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਛਵੀਆਂ ਦੇ ਕਈ ਟੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੀੜ ਉੱਤੇ ਲੱਗੇ। ਇਹ ਬੀੜ ਹੁਣ ਉਸੇ ਸ਼ਹੀਦੀ ਸਾਕੇ ਦੀ ਯਾਦਗਾਰ ਵਜੋਂ ਸ੍ਰੀ ਦਰਬਾਰ ਸਾਹਿਬ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਕੋਲ ਸੰਭਾਲ ਕੇ ਰੱਖੀ ਹੋਈ ਹੈ। ਗੱਲ ਕਰਦੇ ਹਾਂ ਸਰਦਾਰ ਦਲੀਪ ਸਿੰਘ ਜੀ ਦੀ ਸ਼ਹੀਦੀ ਦੀ। ਗੁਰਦੁਆਰਾ ਜਨਮ ਅਸਥਾਨ ਵਿਖੇ ਇਸ ਤਰ੍ਹਾਂ ਗੋਲੀ ਚੱਲਣ ਦਾ ਪਤਾ ਲੱਗਣ ਤੇ ਸਰਦਾਰ ਦਲੀਪ ਸਿੰਘ ਜੋ ਉਸ ਸਮੇਂ ਸਰਦਾਰ ਉੱਤਮ ਸਿੰਘ ਜੀ ਦੇ ਕਾਰਖਾਨੇ ਵਿੱਚ ਬੈਠੇ ਸੀ ਅਚਾਨਕ ਉੱਠ ਖਲੋਤੇ। ਜਦ ਗੁਰਦੁਆਰਾ ਸਾਹਿਬ ਦੇ ਨੇੜੇ ਪੁੱਜੇ ਤਾਂ ਮਹੰਤ ਦੇ ਕੁਝ ਗੁੰਡਿਆਂ ਨੇ ਹਮਲਾ ਕਰਕੇ ਉਹਨਾਂ ਨੂੰ ਉੱਥੇ ਹੀ ਵੱਢ ਸੁੱਟਿਆ। ਇਹ ਸ਼ਹੀਦੀ ਸਾਕਾ 20 ਫਰਵਰੀ 1921 ਈਸਵੀ ਨੂੰ ਐਤਵਾਰ ਵਾਲੇ ਦਿਨ ਹੋਇਆ। ਇਸ ਦੁਖਦਾਈ ਘਟਨਾ ਨੂੰ ਸੁਣਦਿਆਂ ਪੰਥਕ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ, ਸਰਦਾਰ ਹਰਬੰਸ ਸਿੰਘ ਅਟਾਰੀ, ਮਾਸਟਰ ਤਾਰਾ ਸਿੰਘ ਤੇ ਬਾਬਾ ਕੇਰ ਸਿੰਘ ਪੱਟੀ ਨਨਕਾਣਾ ਸਾਹਿਬ ਪਹੁੰਚ ਗਏ। ਸਰਦਾਰ ਕਰਤਾਰ ਸਿੰਘ ਝੱਬਰ ਵੀ ਇੱਕ ਬਹੁਤ ਵੱਡੇ ਜਥੇ ਸਮੇਤ ਪੁੱਜ ਕੇ ਲਾਹੌਰ ਡਿਵੀਜ਼ਨ ਦਾ ਅੰਗਰੇਜ਼ ਕਮਿਸ਼ਨਰ ਵੀ ਪਹੁੰਚ ਗਿਆ। ਲੋਕ ਬਹੁਤ ਦੁਖੀ ਸਨ ਤੇ ਸਰਕਾਰ ਦੇ ਨਾਲ-ਨਾਲ ਮਹੰਤਾਂ ਵਿਰੁੱਧ ਰੋਹ ਨਾਲ ਨੱਕੋ ਨੱਕ ਭਰੇ ਹੋਏ ਸੀ। ਵਾਪਰੇ ਦੁਖਾਂਤ ਵਿੱਚ ਡੁੱਲੇ ਸ਼ਹੀਦਾਂ ਦੇ ਖੂਨ ਦੇ ਦਬਾਅ ਥੱਲੇ ਜ਼ਾਲਮ ਹਾਕਮਾਂ ਦੇ ਥੰਮ ਥਿੜਕ ਰਹੇ ਸੀ। ਖੂਨੀ ਸਾਕੇ ਦੀ ਭਿਆਨਕਤਾ ਅਤੇ ਉਸ ਕਾਰਨ ਪੈਦਾ ਹੋਣ ਵਾਲੇ ਦੂਰ-ਰਸੀ ਨਤੀਜਿਆਂ ਦਾ ਅਹਿਸਾਸ ਕਰਦੇ ਹੋਏ ਮਿਸਟਰ ਕਿੰਗ ਨੇ ਗੁਰਦੁਆਰੇ ਦੀਆਂ ਚਾਬੀਆਂ ਸਰਦਾਰ ਹਰਬੰਸ ਸਿੰਘ ਅਟਾਰੀ, ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਕੇ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਉਸੇ ਵੇਲੇ ਗੁਰੂ ਪੰਥ ਨੂੰ ਸੌਂਪ ਦਿੱਤਾ। ਇਸ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗੂ ਫੈਲੀ। ਸਰਦਾਰ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਇਸ ਸਬੰਧ ਵਿੱਚ ਹਰ ਪਾਸੇ ਜ਼ਿੰਮੇਵਾਰ ਅਫਸਰ ਤੇ ਪੰਥਕ ਨੁਮਾਇੰਦਿਆਂ ਨੂੰ ਬੜੀ ਛੇਤੀ ਤਾਰਾਂ ਦੇ ਦਿੱਤੀਆਂ। ਪਤਾ ਲੱਗਣ ਤੇ ਪਹਿਲਾਂ ਡੀਸੀ ਸ਼ੇਖੂਪੁਰਾ ਤੇ ਫਿਰ ਅਗਲੇ ਦਿਨ 21 ਫਰਵਰੀ ਨੂੰ ਸਿੱਖ ਆਗੂ ਵੀ ਉੱਥੇ ਪਹੁੰਚ ਗਏ ਤੇ ਸਿੰਘਾਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਸ ਸਾਕੇ ਦੇ ਅਫਸੋਸ ਵਜੋਂ ਕਾਲੀਆਂ ਦਸਤਾਰਾਂ ਪਹਿਨ ਲਈਆਂ। ਨਨਕਾਣਾ ਸਾਹਿਬ ਦਾ ਇਹ ਸਾਕਾ ਕੋਈ ਸਧਾਰਨ ਘਟਨਾ ਨਹੀਂ ਸੀ, ਜਿਸ ਕਰਕੇ ਹੋਰ ਜਨਤਕ ਆਗੂਆਂ ਵਾਂਗ ਹੀ ਗਵਰਨਰ ਪੰਜਾਬ ਵੀ ਆਪਣੀ ਕੌਂਸਲ ਸਮੇਤ ਉੱਥੇ ਜਾ ਪਹੁੰਚੇ। ਸਿੱਖਾਂ ਦਾ ਗੁੱਸਾ ਉਸ ਸਮੇਂ ਬਹੁਤਾ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਉੱਤੇ ਸੀ, ਜਿਸ ਨੇ ਜਾਣਬੁੱਝ ਕੇ ਇਸ ਘਟਨਾ ਨੂੰ ਰੋਕਣ ਦਾ ਕੋਈ ਯਤਨ ਨਾ ਕੀਤਾ। ਸਗੋਂ ਉਸਦੀ ਇਸ ਬੇਪਰਵਾਹੀ ਤੋਂ ਮਹੰਤ ਨਾਰਾਇਣ ਦਾਸ ਤੇ ਉਸਦੇ ਗੁੰਡਿਆਂ ਨੂੰ ਅਜਿਹਾ ਜ਼ੁਲਮ ਕਰਨ ਦੀ ਕਾਫੀ ਹੱਦ ਤੱਕ ਸ਼ੈ ਮਿਲੀ। ਖੈਰ, ਇਸ ਦੁਖਦਾਈ ਸਾਕੇ ਬਾਰੇ ਲਗਭਗ ਸਾਰੇ ਹੀ ਸਰਕਾਰੀ ਤੇ ਗੈਰ ਸਰਕਾਰੀ ਮੀਡੀਆ ਨੇ ਸਿੱਖ ਸ਼ਹੀਦਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਸਾਰੇ ਸਿੱਖ ਸ਼ਹੀਦਾਂ ਦਾ
22 ਫਰਵਰੀ ਨੂੰ ਗੁਰਦੁਆਰੇ ਦੀ ਹੱਦ ਅੰਦਰ ਹੀ, ਜਿੱਥੇ ਗੁਰਦੁਆਰਾ ਅੰਗੀਠਾ ਸਾਹਿਬ ਹੈ, ਬੜੇ ਮਾਣ ਸਤਿਕਾਰ ਨਾਲ ਸੰਸਕਾਰ ਕਰ ਦਿੱਤਾ। ਹੁਣ ਗੱਲ ਕਰਦੇ ਹਾਂ ਇਸ ਖੂਨੀ ਸਾਕੇ ਦੌਰਾਨ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਦੀ ਗਿਣਤੀ ਦੀ। ਨਨਕਾਣਾ ਸਾਹਿਬ ਦੇ ਸਾਕੇ ਵਿੱਚ ਜੋ ਸਿੰਘ ਸ਼ਹੀਦ ਹੋਏ, ਉਹਨਾਂ ਦੀ ਗਿਣਤੀ ਸਰਕਾਰੀ ਰਿਪੋਰਟਾਂ ਦੇ ਮੁਤਾਬਿਕ 126 ਤੇ 130, ਸਰਦਾਰ ਚਰਨ ਸਿੰਘ ਇੰਸਪੈਕਟਰ ਪੁਲਿਸ ਦੀ ਪੜਤਾਲ ਮੁਤਾਬਿਕ 156 ਤੇ ਕਈ ਵੱਖ-ਵੱਖ ਲੇਖਕਾਂ ਦੇ ਕਥਨ ਅਨੁਸਾਰ 120 ਤੋਂ ਲੈ ਕੇ 200 ਤੱਕ ਹੈ। ਸਰਬ ਹਿੰਦ ਕਾਂਗਰਸ ਕਮੇਟੀ ਦੇ ਲਿਖਾਰੀ ਨੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਗਿਣਤੀ 185 ਦੱਸੀ, 195 ਦੱਸੀ ਹੈ। ਤੇ ਹੁਣ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਦੀ ਹਮਦਰਦੀ ਦੀ। ਇਸ ਸ਼ਹੀਦੀ ਸਾਕੇ ਤੋਂ ਬਾਅਦ ਮਹਾਤਮਾ ਗਾਂਧੀ ਸਿੱਖਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ 3 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚੇ। ਆਪ ਦੇ ਨਾਲ ਉਸ ਸਮੇਂ ਇੱਕ ਅਛੂਤ ਲੜਕੀ ਸਮੇਤ ਸ਼੍ਰੀ ਦੇਵਦਾਸ ਗਾਂਧੀ ਵੀ ਸਨ। ਨਨਕਾਣਾ ਸਾਹਿਬ ਪਹੁੰਚਣ ਤੇ ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਅਮਰ ਸਿੰਘ ਵਾਸੂ ਤੇ ਸਰਦਾਰ ਹਰਵੰਸ ਸਿੰਘ ਅਟਾਰੀ ਵੱਲੋਂ ਆਪ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪ ਨੇ ਗੁਰਦੁਆਰਾ ਸਾਹਿਬ ਜਾ ਕੇ ਉਹ ਜੰਡ ਤੇ ਭੱਠੀ ਦੇਖੇ ਜਿੱਥੇ ਸਿੱਖ ਸ਼ਹੀਦਾਂ ਨੂੰ ਬੁਰੀ ਤਰ੍ਹਾਂ ਸਾੜਿਆ ਗਿਆ ਸੀ, ਤੇ ਇਸ ਦੇ ਨਾਲ ਹੀ ਸ਼ਹੀਦੀ ਅੰਗੀਠੇ ਦੇ ਵੀ ਦਰਸ਼ਨ ਕੀਤੇ। ਉਸ ਸਮੇਂ ਮਹਾਤਮਾ ਗਾਂਧੀ ਨੇ ਭਰੇ ਦੀਵਾਨ ਵਿੱਚ ਬੋਲਦਿਆਂ ਕਿਹਾ ਕਿ ਇਸ ਭਿਆਨਕ ਸਾਕੇ ਦੀ ਬਹੁਤੀ ਜ਼ਿੰਮੇਵਾਰੀ ਸਰਕਾਰ ਉੱਤੇ ਹੈ। ਜਦੋਂ ਮਹਾਨ ਦੇ ਇਸ ਕਤਲੇਆਮ ਦੀ ਤਿਆਰੀ ਕਰ ਰਿਹਾ ਸੀ ਤਾਂ ਸਰਕਾਰ ਨੇ ਫੌਰੀ ਕਾਰਵਾਈ ਕਰਦਿਆਂ ਇਸ ਜ਼ੁਲਮ ਦੇ ਰੋਕਣ ਦਾ ਅਗਾਊਂ ਯਤਨ ਕਿਉਂ ਨਾ ਕੀਤਾ। ਗੱਲ ਕਰਾਂਗੇ ਮਹੰਤ ਅਤੇ ਉਸਦੇ ਸਾਥੀਆਂ ਉੱਤੇ ਮੁਕੱਦਮੇ ਦੀ। ਨਨਕਾਣਾ ਸਾਹਿਬ ਦੇ ਕਾਤਲ ਮਹੰਤ ਨਰਾਇਣ ਦਾਸ ਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਗਵਰਨਮੈਂਟ ਦੇ ਹੁਕਮ ਨਾਲ ਉਸ ਸਮੇਂ ਹੋ ਗਈ, ਤੇ ਇਧਰ ਮਹਾਤਮਾ ਗਾਂਧੀ ਦੀ ਤਕਰੀਰ ਤੋਂ ਪ੍ਰਭਾਵਿਤ ਹੋ ਕੇ ਲੋਕ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਹਾਕਮਾਂ ਵੱਲੋਂ ਵਰਤੀ ਬੇਪਰਵਾਹੀ ਕਾਰਨ ਹੋਰ ਵੀ ਸਰਕਾਰ ਦੇ ਵਿਰੁੱਧ ਹੋ ਗਏ। ਇਸ ਲਈ ਮਹੰਤ ਨਰਾਇਣ ਦਾਸ ਤੇ ਉਸਦੇ ਸਾਥੀਆਂ ਉੱਤੇ ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿੱਚ ਜੋ ਕਤਲਾਂ ਦਾ ਮੁਕੱਦਮਾ ਚੱਲਿਆ, ਉਸ ਵਿੱਚ ਫੈਸਲਾ ਹੋਣ ਤੇ ਮਹੰਤ ਸਮੇਤ 7 ਕਾਤਲਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਬਾਕੀ 8 ਕਾਤਲ ਕਾਲੇ ਪਾਣੀ ਤੇ 16 ਕਾਤਲ 7-7 ਸਾਲ ਲਈ ਕੈਦ ਦੇ ਭਾਗੀ ਠਹਿਰਾਏ ਗਏ। ਬਾਕੀ ਕੁਝ ਕਾਤਲ ਬਰੀ ਕਰਕੇ ਛੱਡ ਵੀ ਦਿੱਤੇ ਗਏ। ਫਿਰ ਪਿੱਛੋਂ ਮਹੰਤ ਨਰਾਇਣ ਦਾਸ ਵੱਲੋਂ ਹਾਈ ਕੋਰਟ ਵਿੱਚ ਅਪੀਲ ਹੋਣ ਤੇ ਇਹ ਦੱਸ ਕੇ ਕਿ ਉਸ ਨੂੰ ਬਰੀ ਕੀਤਾ ਗਿਆ ਹੈ ਕਿ 150 ਤੋਂ ਉੱਪਰ ਅਕਾਲੀਆਂ ਦੇ ਗੁਰਦੁਆਰਾ ਜਨਮ ਸਥਾਨ ਪੁੱਜਣ ਤੇ ਮਹੰਤ ਨੂੰ ਆਪਣੀ ਜਾਨ ਦਾ ਖਤਰਾ ਸੀ, ਇਸ ਲਈ ਆਪਣੀ ਹਿਫਾਜ਼ਤ ਕਰਨ ਲਈ ਉਹ ਹੱਕ ਬਜਾਨਵ ਸੀ ਤੇ ਬਾਕੀ ਹਰੀਨਾਥ ਰਾਂਝਾ ਤੇ ਰਿਹਾਨਾ ਨਾਮੀ ਉਸਦੇ 3 ਸਾਥੀ ਫਾਂਸੀ ਲੱਗੇ ਤੇ ਕਾਲੇ ਪਾਣੀਆਂ ਦੀ ਸਜ਼ਾ ਵਾਲਿਆਂ ਵਿੱਚੋਂ 2 ਅਪਰਾਧੀ ਬਰੀ ਕਰ ਦਿੱਤੇ ਗਏ। ਪੰਜਾਬ ਹਾਈ ਕੋਰਟ ਦੇ ਇਸ ਫੈਸਲੇ ਨੂੰ ਪੰਜਾਬ ਵਿੱਚ ਹਰ ਥਾਵੇਂ ਇਨਸਾਫ ਪਸੰਦ ਲੋਕਾਂ ਵੱਲੋਂ ਬੁਰਾ ਤੇ ਇੱਕ ਤਰਫਾ ਕਰਾਰ ਦਿੱਤਾ ਗਿਆ। ਇਹ ਸੀ ਸਾਕਾ ਨਨਕਾਣਾ ਸਾਹਿਬ ਦਾ ਸ਼ਾਨਾਮਤਾ ਇਤਿਹਾਸ। ਹੁਣ ਗੱਲ ਕਰਾਂਗੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀਆਂ ਚਾਬੀਆਂ ਦੇ ਮੋਰਚੇ ਦੀ। ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਿੱਖਾਂ ਦੇ 2 ਮੋਰਚੇ ਲੱਗੇ। ਇੱਕ ਸੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀਆਂ ਚਾਬੀਆਂ ਦਾ ਮੋਰਚਾ ਤੇ ਦੂਜਾ ਸੀ ਗੁਰੂ ਕੇ ਬਾਗ ਦਾ ਮੋਰਚਾ। ਪਹਿਲਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀਆਂ ਚਾਬੀਆਂ ਦਾ ਮੋਰਚਾ 7 ਨਵੰਬਰ ਸਨ 1921 ਈਸਵੀ ਨੂੰ ਸ਼ੁਰੂ ਹੋਇਆ ਤੇ ਦੂਜਾ ਗੁਰੂ ਕੇ ਬਾਗ ਦਾ ਮੋਰਚਾ ਇਸ ਤੋਂ ਅਗਲੇ ਸਾਲ ਅਗਸਤ 1922 ਈਸਵੀ ਨੂੰ। ਪਹਿਲਾ ਮੋਰਚਾ ਜੋ ਸ਼੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਸੰਬੰਧ ਵਿੱਚ ਸੀ, ਸਰਕਾਰ ਵੱਲੋਂ ਜਾਣਬੁੱਝ ਕੇ ਛੇੜੇ ਗਏ ਝਗੜੇ ਦਾ ਸਿੱਟਾ ਸੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਦਾਰ ਸੁੰਦਰ ਸਿੰਘ ਰਾਮਗੜੀਆ ਨੂੰ ਸ਼੍ਰੀ ਹਰਮੰਦਰ ਸਾਹਿਬ ਦੀ ਕਮੇਟੀ ਦਾ ਸਰਬਰਾਹ ਨਿਯੁਕਤ ਕਰ ਦਿੱਤਾ। ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਮਾਮਲਿਆਂ ਵਿੱਚ ਸਰਦਾਰ ਸੁੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰ੍ਹਾਂ ਮਿਲਵਰਤਨ ਦਿੰਦੇ ਸੀ। ਅੰਗਰੇਜ਼ ਅਧਿਕਾਰੀਆਂ ਨੂੰ ਸਰਬਰਾਹ ਦੀ ਇਹ ਪਾਲਿਸੀ ਪਸੰਦ ਨਹੀਂ ਸੀ। ਨਵੰਬਰ 1921 ਈਸਵੀ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅਚਾਨਕ ਹੀ ਇੱਕ ਮੈਜਿਸਟ੍ਰੇਟ ਰਾਹੀਂ ਸ਼੍ਰੀ ਹਰਮੰਦਰ ਸਾਹਿਬ ਤੋਸ਼ਾਖਾਨੇ ਦੀਆਂ ਚਾਬੀਆਂ ਸਰਬਰਾਹ ਪਾਸੋਂ ਮੰਗਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਈਆਂ। ਸਰਕਾਰ ਦੀ ਇਸ ਕਾਰਵਾਈ ਵਿਰੁੱਧ ਸਿੱਖ ਸੰਗਤਾਂ ਵਿੱਚ ਸਖਤ ਰੋਸ ਫੈਲ ਗਿਆ। ਡਿਪਟੀ ਕਮਿਸ਼ਨਰ ਨੇ ਕਪਤਾਨ ਬਹਾਦਰ ਸਿੰਘ ਕਵਿੰਡ ਨੂੰ ਸ਼੍ਰੀ ਹਰਮੰਦਰ ਸਾਹਿਬ ਦਾ ਨਵਾਂ ਸਰਬਰਾਹ ਨਿਯੁਕਤ ਕਰ ਦਿੱਤਾ
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦੀ ਇਸ ਕਾਰਵਾਈ ਵਿਰੁੱਧ ਮਤਾ ਪਾਸ ਕਰਕੇ ਇਸ ਦੀ ਸਖਤ ਨਿਖੇਧੀ ਕੀਤੀ ਗਈ। ਸਿੱਖਾਂ ਨੂੰ ਸਰਕਾਰ ਦੀ ਇਸ ਕਾਰਵਾਈ ਦਾ ਬੇਹੱਦ ਖੇਦ ਸੀ, ਪਰ ਸਰਕਾਰ ਆਪਣੇ ਥਾਂ ਸਿਰਫ ਅੜੀ ਹੀ ਨਹੀਂ ਸੀ ਹੋਈ, ਸਗੋਂ ਆਪਣੀ ਕਾਰਵਾਈ ਨੂੰ ਜਾਇਜ਼ ਸਿੱਧ ਕਰਨ ਲਈ ਪ੍ਰਚਾਰ ਵੀ ਕਰ ਰਹੀ ਸੀ। ਇਸ ਤਰ੍ਹਾਂ ਸਿੱਖਾਂ ਲਈ ਸਰਕਾਰ ਵਿਰੁੱਧ ਮੋਰਚਾ ਲਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਿਹਾ। ਗੱਲ ਕਰਦੇ ਹਾਂ ਅਜਨਾਲੇ ਦੀਵਾਨ ਤੇ ਅਕਾਲੀ ਮੁਖੀਆਂ ਦੀ ਗ੍ਰਿਫਤਾਰੀ ਦੀ। ਇਸ ਸਮੇਂ ਚਾਬੀਆਂ ਦਾ ਮੋਰਚਾ ਲੱਗਣ ਵਿੱਚ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠਾ ਪੱਕੇ ਸਰਕਾਰ ਪ੍ਰਤੀ ਸਨ, ਪਰ ਪਿੱਛੋਂ ਦੂਜੇ ਪ੍ਰਧਾਨ ਬਾਬਾ ਖੜਗ ਸਿੰਘ ਜੀ ਵੀ ਬੜੇ ਇਨਕਲਾਬੀ ਤੇ ਪੱਕੇ ਸਿੱਖ ਸਾਬਤ ਹੋਏ, ਜੋ ਸਰਕਾਰ ਦੇ ਅੱਗੇ ਝੁਕਣਾ ਗੁਨਾਹ ਸਮਝਦੇ ਸੀ। ਇਸ ਲਈ ਸਰਦਾਰ ਖੜਗ ਸਿੰਘ ਦੀ ਪ੍ਰਧਾਨਗੀ ਸਮੇਂ ਸਰਕਾਰ ਤੇ ਸਿੱਖਾਂ ਦੇ ਵਿਚਕਾਰ ਇਹ ਤਣਾਅ ਹੋਰ ਵੀ ਵੱਧ ਗਿਆ। ਸਰਕਾਰ ਨੇ ਇਸ ਸਮੇਂ ਪਹਿਲੀ ਪੋਜੀਸ਼ਨ ਬਹਾਲ ਕਰਨ ਲਈ 26 ਨਵੰਬਰ ਸਨ 1921 ਈਸਵੀ ਨੂੰ ਅਜਨਾਲੇ DC ਅੰਮ੍ਰਿਤਸਰ ਵੱਲੋਂ ਇੱਕ ਦਰਬਾਰ ਰਖਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਰਬਾਰ ਦੇ ਮੁਕਾਬਲੇ ਅਜਨਾਲੇ ਹੀ ਇੱਕ ਦੀਵਾਨ ਕਰਨ ਦਾ ਐਲਾਨ ਕਰ ਦਿੱਤਾ। ਨਤੀਜਾ ਇਸ ਜੱਦੋ-ਜਹਿਦ ਦਾ ਇਹ ਹੋਇਆ ਕਿ ਸਰਕਾਰ ਨੇ ਲਾਹੌਰ, ਸ਼ੇਖੂਪੁਰਾ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚ ਸੈਡੀਸ਼ਨ ਮੀਟਿੰਗ ਐਕਟ ਲਾਗੂ ਕਰਕੇ ਅਕਾਲੀਆਂ ਦੇ ਜਲਸਿਆਂ ਉੱਤੇ ਰੋਕ ਲਗਾ ਦਿੱਤੀ। ਆਪਣਾ ਜਲਸਾ 26 ਨਵੰਬਰ ਨੂੰ ਅਜਨਾਲੇ ਕੀਤਾ। ਉਸ ਜਲਸੇ ਸਮੇਂ ਸਰਦਾਰ ਦਾਨ ਸਿੰਘ ਵਿਛੋਆ, ਸਰਦਾਰ ਜਸਵੰਤ ਸਿੰਘ ਝਬਾਲ ਆਦਿ ਆਗੂਆਂ ਨੇ ਪੰਥਕ ਪੋਜੀਸ਼ਨ ਸਾਫ਼ ਕਰਨ ਲਈ ਜਦ ਕੁਝ ਕਹਿਣ ਦੀ ਇਜਾਜ਼ਤ ਮੰਗੀ ਤਾਂ DC ਨੇ ਉਹਨਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ। ਇਸ ਤੇ ਅਕਾਲੀਆਂ ਨੇ ਅਜਨਾਲੇ ਹੀ ਕਾਲਿਆਂ ਦੇ ਖੂਹ ਪਾਸ ਆਪਣਾ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਲਗਾ ਦਿੱਤਾ। ਇਹ ਦੇਖ ਕੇ DC ਫੌਰਨ ਉੱਥੇ ਜਾ ਪੁੱਜਾ ਤੇ ਪ੍ਰਮੁੱਖ ਆਗੂਆਂ ਨੂੰ, ਜਿਨ੍ਹਾਂ ਵਿੱਚ ਸਰਦਾਰ ਦਾਨ ਸਿੰਘ ਵਿਛੋਆ, ਸਰਦਾਰ ਜਸਵੰਤ ਸਿੰਘ ਝਵਾਲ, ਸਰਦਾਰ ਤੇਜਾ ਸਿੰਘ ਸਮੁੰਦਰੀ ਆਦਿ ਸ਼ਾਮਲ ਸਨ, ਗ੍ਰਿਫਤਾਰ ਕਰ ਲਿਆ। ਇਹ ਇਤਲਾਹ ਪੁੱਜਣ ਤੇ ਅੰਮ੍ਰਿਤਸਰੋਂ ਬਾਬਾ ਖੜਗ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਜੀ ਸਕੱਤਰ, ਮਾਸਟਰ ਸੁੰਦਰ ਸਿੰਘ ਜੀ ਲਾਇਲਪੁਰ ਸਮੇਤ ਜਦ ਅਜਨਾਲੇ ਪੁੱਜੇ ਤਾਂ ਗਰਮਾ ਗਰਮ ਤਕਰੀਰਾਂ ਕਰਨ ਤੇ ਉਹਨਾਂ ਵਿੱਚੋਂ 19 ਆਦਮੀ ਸਰਬ ਹਿੰਦ ਕੌਮੀ ਕਾਂਗਰਸ ਯੁੱਗ ਪਲਟਾਊ ਪ੍ਰਚਾਰ ਕਰਦੇ ਦੱਸ ਕੇ ਗ੍ਰਿਫਤਾਰ ਕਰ ਲਏ ਗਏ ਤੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ। ਹੁਣ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਦੀ। ਸਰਕਾਰ ਅੰਗਰੇਜ਼ੀ ਦੀ ਕੌਮੀ ਮੁਫਾਦ ਤੋਂ ਵਿਰੁੱਧ ਇਹ ਤਹਿਰੀਕ ਦੇਖ ਕੇ ਸਿੱਖਾਂ ਨੇ ਬੜੇ ਹੌਸਲੇ ਤੋਂ ਕੰਮ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਹੋਣ ਤੇ ਕਮੇਟੀ ਹੋਰ ਨਵੇਂ ਅਹੁਦੇਦਾਰ ਚੁਣ ਲਏ, ਜਿਨ੍ਹਾਂ ਵਿੱਚ ਸਰਦਾਰ ਅਮਰ ਸਿੰਘ ਝਬਾਲ ਪ੍ਰਧਾਨ, ਕਪਤਾਨ ਰਾਮ ਸਿੰਘ ਮੀਤ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਜੀ ਸਕੱਤਰ ਨਿਯਤ ਹੋਏ। ਇਸ ਤਰ੍ਹਾਂ ਚਾਬੀਆਂ ਦੀ ਵਾਪਸੀ ਸੰਬੰਧੀ ਪੰਥਕ ਮੋਰਚਾ ਹੋਰ ਵੀ ਤੇਜ਼ ਹੋਣ ਤੇ ਸਰਕਾਰ ਨੂੰ ਪਿੱਸੂ ਪੈ ਗਈ। ਉਹਨਾਂ ਨੇ ਝਵਾਲੀਏ ਭਰਾਵਾਂ ਤੋਂ ਉਪਰੋਕਤ ਅਹੁਦੇਦਾਰਾਂ ਸਮੇਤ ਕਿਤਨੇ ਹੀ ਹੋਰ ਆਗੂ ਫੜ ਕੇ ਜੇਲ੍ਹਾਂ ਵਿੱਚ ਧਕੇਲ ਦਿੱਤੇ। ਤੇ ਗੱਲ ਕਰਦੇ ਹਾਂ ਅਕਾਲੀ ਆਗੂਆਂ ਨੂੰ ਸਜ਼ਾਵਾਂ ਦੇਣ ਦੀ। ਜਦ ਇਹਨਾਂ ਆਗੂਆਂ ਦਾ 29 ਨਵੰਬਰ 1921 ਈਸਵੀ ਨੂੰ ਮਿਸਟਰ ਕਾਨਾ ਦੀ ਅਦਾਲਤ ਵਿੱਚ ਮੁਕੱਦਮਾ ਪੇਸ਼ ਹੋਇਆ ਤਾਂ ਜਲਸਾ ਰੋਕੂ ਕਾਨੂੰਨ ਦੇ ਮੁਤਾਬਿਕ ਇਸ ਕੇਸ ਉੱਤੇ ਬਹਿਸ ਹੋਈ। ਛੇਕੜ ਇਹ ਗੱਲ ਸਾਬਤ ਹੋਣ ਦੇ ਬਾਵਜੂਦ ਕਿ ਅਕਾਲੀਆਂ ਦਾ ਜਲਸਾ ਨਿਰੋਲ ਧਾਰਮਿਕ ਸੀ, ਸਿਆਸੀ ਨਹੀਂ ਸੀ, ਪਰ ਫਿਰ ਵੀ ਸਰਕਾਰ ਚੂੰਕਿ ਇਸ ਨਵੀਂ ਲਹਿਰ ਨੂੰ ਚੰਗੀ ਤਰ੍ਹਾਂ ਨਪਿੱਤ ਕੇ ਦਮਨ ਕਰਨਾ ਚਾਹੁੰਦੀ ਸੀ, ਇਸ ਲਈ ਦਸੰਬਰ ਸਨ 1921 ਨੂੰ ਮਿਸਟਰ ਕਾਨਾ ਨੇ ਫੈਸਲਾ ਕਰਕੇ ਗ੍ਰਿਫਤਾਰ ਹੋਏ ਅਕਾਲੀਆਂ ਨੂੰ ਸਜ਼ਾਵਾਂ ਸੁਣਾ ਦਿੱਤੀਆਂ। ਸਰਦਾਰ ਦਾਨ ਸਿੰਘ ਵਿਛੋਆ, ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਜਸਵੰਤ ਸਿੰਘ ਝਵਾਲ ਤੇ ਪੰਡਤ ਦੀਨਾਨਾਥ ਨੂੰ 5-5 ਮਹੀਨੇ ਦੀ ਕੈਦ ਤੇ 1-1000 ਰੁਪਏ ਜੁਰਮਾਨਾ ਤੇ ਇਸੇ ਤਰ੍ਹਾਂ ਸਰਦਾਰ ਖੜਗ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਭਾਗ ਸਿੰਘ ਵਕੀਲ, ਮਾਸਟਰ ਸੁੰਦਰ ਸਿੰਘ ਲਾਇਲਪੁਰ ਆਦਿ ਨੂੰ 6-6 ਮਹੀਨੇ ਦੀ ਕੈਦ ਤੇ 1-1000 ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਗੱਲ ਕਰਦੇ ਆ ਗੁਰੂ ਪੰਥ ਦੀ ਜਿੱਤ ਤੇ ਚਾਬੀਆਂ ਦੀ ਵਾਪਸੀ ਦੀ। ਅਕਾਲੀ ਆਗੂਆਂ ਨੂੰ ਇਸ ਤਰ੍ਹਾਂ ਸਰਕਾਰ ਵੱਲੋਂ ਸਜ਼ਾਵਾਂ ਹੋਣ ਤੇ ਦੇਸ਼ ਵਿੱਚ ਹੋਰ ਵੀ ਭੜਥੂ ਮੱਚਿਆ ਤੇ ਗ੍ਰਿਫਤਾਰੀਆਂ ਦਾ ਦੌਰ ਹੋਰ ਤੇਜ਼ ਹੋ ਗਿਆ। ਥੋੜੇ ਚਿਰ ਵਿੱਚ ਹੀ ਗ੍ਰਿਫਤਾਰੀਆਂ ਦੀ ਗਿਣਤੀ 200 ਦੇ ਨੇੜੇ ਤੇੜੇ ਉੱਪੜ ਗਈ। ਇਸ ਹਾਲਤ ਵਿੱਚ ਸਰਕਾਰ ਨੂੰ ਹੋਰ ਵਧੇਰੇ ਫਿਕਰ ਆ ਗਿਆ। ਪਹਿਲਾਂ ਤਾਂ ਉਸਨੇ ਸਰਕਾਰ ਪੂਜ ਸਿੱਖਾਂ ਤੇ ਕੁਝ ਰਿਆਸਤੀ ਮੋਢੀਆਂ ਦੇ
ਕਮੇਟੀ ਬਣਾ ਕੇ ਚਾਬੀਆਂ ਦਾ ਮਸਲਾ ਹੱਲ ਕਰਨਾ ਚਾਹਿਆ, ਪਰ ਜਦ ਇਸ ਪਾਸੇ ਸਫਲਤਾ ਪ੍ਰਾਪਤ ਨਾ ਹੋਈ ਤਾਂ ਛੇਕੜ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਬੀਆਂ ਦੇਣ ਦਾ ਮਨ ਬਣਾ ਲਿਆ। ਸਰ ਜੌਨ ਮੀਨਾਗਾਰਡ ਵੱਲੋਂ 12 ਜਨਵਰੀ ਨੂੰ ਪੰਜਾਬ ਕੌਂਸਲ ਵਿੱਚ ਸਿੱਖ ਆਗੂਆਂ ਦੀ ਰਿਹਾਈ ਦਾ ਐਲਾਨ ਕਰਦੇ 17 ਜਨਵਰੀ 1922 ਈਸਵੀ ਨੂੰ 150 ਕੈਦੀ ਰਿਹਾ ਹੋਏ ਤਾਂ ਅੰਮ੍ਰਿਤਸਰ ਪੁੱਜਣ ਤੇ ਸੰਗਤਾਂ ਵੱਲੋਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਗਿਆ। ਉਧਰੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਸਟ੍ਰਿਕਟ ਜੱਜ ਦਾ ਕਲਰਕ ਵੀ ਸ਼੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਗੁੱਛਾ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚ ਆਣ ਪੁੱਜਾ। ਉਸ ਸਮੇਂ ਸਰਕਾਰ ਤਾਂ ਚਾਹੁੰਦੀ ਸੀ ਕਿ ਚਾਬੀਆਂ ਕਿਸੇ ਹੋਰ ਤਰੀਕੇ ਨਾਲ ਸਿੱਖਾਂ ਨੂੰ ਦਿੱਤੀਆਂ ਜਾਣ, ਪਰ ਸਰਬ ਸਾਂਝੀ ਪੰਥਕ ਰਾਏ ਸੀ ਕਿ ਇਹ ਚਾਬੀਆਂ ਸਰਕਾਰ ਵੱਲੋਂ ਬਾਬਾ ਖੜਕ ਸਿੰਘ ਜੀ ਦੇ ਹਵਾਲੇ ਕੀਤੀਆਂ ਜਾਣ। ਆਖਰ ਸਿੱਖਾਂ ਦੀ ਇਹ ਜਾਇਜ਼ ਮੰਗ ਸਰਕਾਰ ਨੂੰ ਮੰਨਣੀ ਹੀ ਪਈ ਤੇ ਬਾਬਾ ਖੜਕ ਸਿੰਘ ਜੀ ਨੇ ਇਹ ਚਾਬੀਆਂ ਗੁਰੂ ਪੰਥ ਦੀ ਆਗਿਆ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿੱਚ ਸਜੇ ਦੀਵਾਨ ਵਿੱਚ ਜ਼ਿਲ੍ਹਾ ਜੱਜ ਦੇ ਕਲਰਕ ਪਾਸੋਂ ਲੈ ਲਈਆਂ ਤੇ ਸੰਗਤ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਬੜੇ ਖਰੋਸ਼ ਨਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਬੁਲਾਏ। ਇਸ 2 ਮਹੀਨੇ ਤੋਂ ਚੱਲ ਰਹੇ ਚਾਬੀਆਂ ਦੇ ਮੋਰਚੇ ਦੀ ਜਿੱਤ ਉੱਤੇ ਸਰਬਸਾਂਝੀ ਕੌਮੀ ਪ੍ਰਵਾਨਗੀ ਦੀ ਮੋਹਰ ਹੋਰ ਵੀ ਪੱਕੀ ਲੱਗ ਗਈ। ਮਹਾਤਮਾ ਗਾਂਧੀ ਨੂੰ ਜਦੋਂ ਚਾਬੀਆਂ ਦੇ ਮੋਰਚੇ ਦੀ ਜਿੱਤ ਦੀ ਖਬਰ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਪਹਿਲੀ ਫੈਸਲਾਕੁਨ ਲੜਾਈ ਜਿੱਤ ਲਈ ਗਈ ਹੈ। ਗੱਲ ਕਰਦੇ ਹਾਂ ਗੁਰਦੁਆਰਾ ਸੁਧਾਰ ਤੇ ਨਵੇਂ ਕਬਜ਼ੇ ਦੀ। ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ ਦੇ ਤੋਂ ਸਿੱਖਾਂ ਵਿੱਚ ਚੂੰਕਿ ਗੁਰਦੁਆਰਿਆਂ ਦੇ ਸੁਧਾਰ ਦੀ ਲਹਿਰ ਹੋਰ ਵੀ ਤੇਜ਼ੀ ਨਾਲ ਚੱਲ ਪਈ ਸੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਚਾਬੀਆਂ ਦੇ ਮੋਰਚੇ ਸਮੇਤ ਸਰਕਾਰ ਦੇ ਬੁਰੇ ਵਰਤਾਓ ਨੂੰ ਦੇਖ ਕੇ ਸਿੱਖਾਂ ਨੇ ਪਹਿਲਾਂ ਆਪਣੇ ਘਰ ਸਾਂਭਣ ਦੇ ਪਿੱਛੋਂ ਵਿਦੇਸ਼ੀ ਹਕੂਮਤ ਵਿਰੁੱਧ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਦੀ ਸਕੀਮ ਬਣਾਈ। ਇਸ ਲਈ ਖਾਲਸੇ ਨੇ 1921-22 ਵਿੱਚ ਸਰਦਾਰ ਤੇਜਾ ਸਿੰਘ ਭੁੱਚਰ ਦੇ ਯਤਨ ਨਾਲ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪਿਸ਼ਾਵਰ, ਫਿਰ ਕਰਮ ਅਨੁਸਾਰ ਗੁਰਦੁਆਰਾ ਮਾਣਕ ਲਾਹੌਰ, ਗੁਰਦੁਆਰਾ ਤੇਜਾ ਕਲਾਂ ਗੁਰਦਾਸਪੁਰ, ਗੁਰਦੁਆਰਾ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਨੌਰੰਗਾਬਾਦ, ਖਰਾ ਸੌਦਾ ਕਮਾਲੀਆ, ਗੁਰਦੁਆਰਾ ਕੇਰ ਬਾਬਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਤੇ ਗੁਰਦੁਆਰਾ ਆਦਿ ਕਿਤਨੇ ਹੀ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਜਾਜ਼ਤ ਤੋਂ ਬਿਨਾਂ ਹੀ ਕਬਜ਼ੇ ਵਿੱਚ ਕਰ ਲਈ ਤੇ ਉੱਥੇ ਪੁਜਾਰੀ ਜਾਂ ਮਹੰਤ ਕੱਢ ਦਿੱਤੇ। ਇਹ ਸਿੱਖਾਂ ਵੱਲੋਂ ਗੁਰਦੁਆਰਿਆਂ ਦੇ ਕਬਜ਼ੇ ਬਾਰੇ ਨਵੀਂ ਮੁਹਿੰਮ ਸੀ। ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਬਖੇੜੇ ਦੀ। ਇਸ ਸਮੇਂ ਦੌਰਾਨ ਅਚਾਨਕ ਸਿੱਖਾਂ ਦਾ ਪਰਸਪਰ ਕੁਝ ਝਗੜਾ ਇਸ ਗੱਲੋਂ ਛਿੜਿਆ ਕਿ ਅਕਾਲੀ ਦਲ ਆਪਣੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਮੰਨਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਅਕਾਲੀ ਦਲ ਦੀ ਜਥੇਬੰਦੀ ਤੋਂ ਸੁਤੰਤਰ ਸਮਝਦੀ ਸੀ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਦਿਲੀ ਭਾਵਨਾ ਇੱਕ ਇਸ ਪਾਸੇ ਸੀ ਕਿ ਉਸ ਦੀ ਪਦਵੀ ਕਮੇਟੀ ਤੇ ਦਲ ਤੋਂ ਹਰ ਪੱਖੋਂ ਉੱਚੀ ਸਮਝੀ ਆਵੇ ਤੇ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹੁਕਮ ਹਾਵੀ ਨਾ ਹੋਵੇ। ਪਰ ਥੋੜਾ ਚਿਰ ਪਿੱਛੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਾ ਪਰਸਪਰ ਸਮਝੌਤਾ ਹੋਣ ਤੇ ਦੋਵੇਂ ਇੱਕ ਦੂਜੇ ਦੀ ਮਦਦ ਉੱਤੇ ਤਤਪਰ ਹੋ ਗਏ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਨਾਲ ਘਿਓ ਖਿਚੜੀ ਹੋ ਗਿਆ। ਇਸ ਤਰ੍ਹਾਂ ਗੁਰਦੁਆਰਾ ਭਾਈ ਜੋਗਾ ਸਿੰਘ, ਗੁਰਦੁਆਰਾ ਮਾਣਕ ਆਦਿ ਦੇ ਜੋ ਕਬਜ਼ੇ ਅਕਾਲੀ ਦਲ ਨੇ ਆਪਣੀ ਮਰਜ਼ੀ ਨਾਲ ਕੀਤੇ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਇਜ਼ ਮੰਨ ਕੇ ਅਪਣਾ ਲਏ ਗਏ। ਤਾਂ ਤੁਸੀਂ ਸੁਣ ਰਹੇ ਹੋ ਅਕਾਲੀ ਲਹਿਰ ਤੇ ਜੈਤੋ ਦਾ ਮੋਰਚਾ ਸਰਦਾਰ ਸ਼ਮਸ਼ੇਰ ਸਿੰਘ ਹੋਰਾਂ ਦੀ ਪੁਸਤਕ। ਅੱਜ ਦੇ ਭਾਗ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਸ ਤਰੀਕੇ ਚਾਬੀਆਂ ਦਾ ਮੋਰਚਾ ਲੱਗਦਾ ਹੈ ਸਾਕਾ ਨਨਕਾਣਾ ਸਾਹਿਬ ਮੌਕੇ। ਕਿਸ ਸਮੇਂ ਬੱਚੇ ਤੋਂ ਲੈ ਕੇ ਬਜ਼ੁਰਗੀ ਉਮਰ ਤੱਕ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਤੇ ਫਿਰ ਪ੍ਰਬੰਧ ਹੈ ਜਿਹੜੇ ਉਹ ਪੰਥਕ ਹੱਥਾਂ ਵਿੱਚ ਲਿਆਉਣ ਲਈ ਗੁਰੂ ਪੰਥ ਇਕੱਠਾ ਹੋ ਕੇ ਕਿਵੇਂ ਸੰਘਰਸ਼ ਕਰਦਾ ਹੈ। ਹੋਰ ਕਈ ਮੋਰਚਿਆਂ ਦਾ ਵਰਣਨ ਵੀ ਇਸ ਪੁਸਤਕ ਵਿੱਚ, ਜਿਵੇਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕਰ ਲਈਏ ਜਾਂ ਹੋਰ ਕਈ ਅਹਿਮ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ, ਉਹਨਾਂ ਦਾ ਵੀ ਜ਼ਿਕਰ ਇਸ ਪੁਸਤਕ 'ਚ ਹੈ ਤੇ ਉਹਨਾਂ ਦਾ ਵਰਣਨ ਤੁਹਾਡੇ ਨਾਲ ਅਸੀਂ ਅਗਲੇ ਭਾਗ ਵਿੱਚ ਕਰਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।